Hello students, this is Ajitpal Singh from Apollo Academy Sangrur. So student, yesterday we have discussed about acids, the various properties of acid, and we have completed the topic of acids. Today we will start with the new topic known as bases. ਤਾਂ ਬੇਟਾ ਬੇਸਿਸ ਕੀ ਹੁੰਦੇ ਨੇ? ਬੇਸਿਸ ਦਾ ਜਿਹੜਾ ਆਪਾਂ ਨੂੰ ਪਤਾ ਲੱਗ ਗਿਆ ਇੱਕ ਚੀਜ਼ ਵੀ ਆਪਾਂ ਕੈਮੀਕਲੀ ਕਿਸੇ ਜੇ ਆਪਾਂ ਮੈਟਰ ਨੂੰ ਡਿਸਕ੍ਰਾਈਬ ਕਰਨਾ ਹੋਵੇ ਤਾਂ ਉਹ ਜਾਂ ਐਸਿਡ ਹੋਊ ਜਾਂ ਬੇਸ ਹੋਊ ਜਾਂ ਫਿਰ ਉਹ ਨਿਊਟਰਲ ਹੋਊਗਾ, ਠੀਕ ਹੈ। ਐਸਿਡ ਦੀਆਂ ਪ੍ਰੋਪਰਟੀਜ਼ ਮੈਂ ਤੁਹਾਨੂੰ ਦੱਸਤੀਆਂ। ਹੁਣ ਆਪਾਂ ਬੇਸ ਦੀ ਗੱਲ ਕਰਦੇ ਹਾਂ। ਬੇਸ ਕੀ ਹੁੰਦਾ ਬੇਟਾ? ਬੇਸ ਕੋਈ ਵੀ ਇਹੋ ਜਿਹਾ ਕੰਪਾਊਂਡ ਹੋਊਗਾ ਜਿਹਦੇ ਪਿੱਛੇ OH ਹੋਊਗਾ, ਜਿਹਦਾ ਜਿਹੜਾ ਐਨਾਇਨ ਹੋਊਗਾ ਉਹ OH ਨੈਗੇਟਿਵ ਹੋਊਗਾ, ਦੈਟ ਇਜ਼ ਕਾਲਡ ਬੇਸ। ਸੋਡੀਅਮ ਹਾਈਡਰੋਕਸਾਈਡ, ਪੋਟਾਸ਼ੀਅਮ ਹਾਈਡਰੋਕਸਾਈਡ, ਕੈਲਸ਼ੀਅਮ ਹਾਈਡਰੋਕਸਾਈਡ, ਮੈਗਨੀਸ਼ੀਅਮ ਹਾਈਡਰੋਕਸਾਈਡ, ਅਮੋਨੀਅਮ ਹਾਈਡਰੋਕਸਾਈਡ, ਇਹ ਬੇਸਿਸ ਨੇ, ਵੈਰੀ ਕਾਮਨ ਬੇਸਿਸ ਨੇ। ਇਹਨਾਂ ਸਭ ਤੋਂ ਜ਼ਿਆਦਾ ਸਟਰੋਂਗ ਬੇਸ ਆ ਸੋਡੀਅਮ ਹਾਈਡਰੋਕਸਾਈਡ, ਠੀਕ ਹੈ। ਸਟਰੋਂਗ ਬੇਸ ਕਿਹੜਾ ਹੋਊਗਾ? ਸਟਰੋਂਗ ਬੇਸ ਬੇਟਾ ਉਹ ਹੋਊਗਾ ਜਿਹੜਾ OH ਨੈਗੇਟਿਵ ਜਿੰਨੀ ਛੇਤੀ ਛੱਡ ਦੂਗਾ, ਡਿਸੋਸੀਏਟ ਕਰ ਦੂਗਾ। ਤਾਂ ਆਫਟਰ ਡਿਸੋਸੀਏਸ਼ਨ ਜਦੋਂ ਆਪਾਂ ਇਹਨਾਂ ਨੂੰ ਪਾਣੀ 'ਚ ਘੋਲ ਦਿੰਦੇ ਆ ਜਾਂ ਇਹਨਾਂ ਨੂੰ ਪਾਣੀ 'ਚ ਪਾਉਂਦੇ ਆ ਤਾਂ ਆਪਣੇ ਕੋਲ ਕੀ ਹੁੰਦਾ ਹੈਗਾ? ਦੇਖੋ, ਕਾਮਨ ਇਨ ਬੇਸਿਸ ਡਿਸੋਸੀਏਟ ਟੂ ਗਿਵ OH ਨੈਗੇਟਿਵ ਆਇਨ। NaOH ਨੂੰ ਜਿਹੜਾ ਸੋਲਿਡ ਸੀਗਾ ਵਾਟਰ ਦੇ ਵਿੱਚ ਪਾਇਆ, ਉਹਦੇ ਵਿੱਚ ਸੋਡੀਅਮ ਆਇਨ ਬਣ ਗਿਆ ਤੇ OH ਨੈਗੇਟਿਵ ਆਇਨ ਚਲਾ ਗਿਆ, ਠੀਕ ਹੈ। ਇਹ ਦੋਨੇ ਐਕਵਸ ਹੋ ਗਏ, ਪਾਣੀ ਦੇ ਵਿੱਚ ਚਲੇ ਗਏ। ਇੱਕ ਚੀਜ਼ ਹੋਰ ਆ ਬੇਟਾ, ਜਦੋਂ ਆਪਾਂ NaOH ਨੂੰ ਪਾਣੀ ਦੇ ਵਿੱਚ ਪਾਵਾਂਗੇ ਇਟ ਇਜ਼ ਅ ਐਗਜ਼ੋਥਰਮਿਕ ਰਿਐਕਸ਼ਨ। ਇਟ ਇਜ਼ ਐਨ ਐਗਜ਼ੋਥਰਮਿਕ ਰਿਐਕਸ਼ਨ। ਜਿਵੇਂ ਆਪਾਂ ਨੂੰ ਡਿਲੂਸ਼ਨ ਆਫ ਐਸਿਡ ਵਾਜ਼ ਐਗਜ਼ੋਥਰਮਿਕ, ਸੇਮ ਐਜ਼ ਇਟ ਇਜ਼ ਕੀ ਹੋ ਗਿਆ? ਡਿਲੂਸ਼ਨ ਆਫ ਬੇਸ ਇਜ਼ ਆਲਸੋ ਐਗਜ਼ੋਥਰਮਿਕ ਰਿਐਕਸ਼ਨ, ਠੀਕ ਹੈ। NaOH ਦੇ ਕ੍ਰਿਸਟਲਸ ਹੁੰਦੇ ਨੇ, ਇਹ ਘੁਲਦੇ ਨਹੀਂ ਹੁੰਦੇ ਵੈਸੇ ਪਾਣੀ ਦੇ ਵਿੱਚ, ਪਰ ਹਾਂ ਜਦੋਂ ਆਪਾਂ ਇਹਨੂੰ ਪ੍ਰੋਪਰ ਸਟਿਰ ਕਰਦੇ ਹਾਂ ਉਦੋਂ ਘੁਲ ਜਾਂਦੇ ਨੇ ਤੇ ਟੈਸਟ ਟਿਊਬ ਨੂੰ ਗਰਮ ਕਰ ਦਿੰਦੇ ਨੇ, ਠੀਕ ਹੈ। ਇਹ ਐਗਜ਼ੋਥਰਮਿਕ ਰਿਐਕਸ਼ਨ ਹੁੰਦੀ ਆ ਬੇਟਾ, ਧਿਆਨ ਰੱਖਿਓ ਇਸ ਚੀਜ਼ ਦਾ। ਦੈਨ ਅੱਗੇ ਕੀ ਹੈ ਬੇਟਾ? KOH ਨੂੰ ਜਦੋਂ ਆਪਾਂ ਵਾਟਰ ਚ ਪਾਵਾਂਗੇ ਤਾਂ K ਪੋਜ਼ਿਟਿਵ ਤੇ OH ਨੈਗੇਟਿਵ ਆਉਣਗੇ। ਦੈਨ MgOH2 ਨੂੰ ਜਦੋਂ ਆਪਾਂ ਵਾਟਰ ਚ ਪਾਵਾਂਗੇ ਤਾਂ Mg2 ਪੋਜ਼ਿਟਿਵ ਤੇ 2OH ਨੈਗੇਟਿਵ ਆਊਗਾ। NH4OH ਨੂੰ ਜਦੋਂ ਆਪਾਂ ਵਾਟਰ ਚ ਪਾਵਾਂਗੇ ਤਾਂ NH4 ਪੋਜ਼ਿਟਿਵ ਪਲੱਸ OH ਨੈਗੇਟਿਵ। ਉਹ ਇਹ ਚੀਜ਼ ਲਿਖ ਲਓ, ਇਹ ਪੇਪਰ ਚ ਆਉਂਦੀ ਹੁੰਦੀ ਆ, ਠੀਕ ਹੈ। ਦਿਸ ਥਿੰਗ ਬਹੁਤ ਜ਼ਿਆਦਾ ਆਉਂਦੀ ਹੈ ਪੇਪਰ ਦੇ ਵਿੱਚ। ਕਾਮਨ ਕੀ ਚੀਜ਼ ਆ ਸਾਰੇ ਬੇਸਿਸ ਦੀ? ਸਾਰੇ ਬੇਸਿਸ ਦੀ ਕਾਮਨ ਚੀਜ਼ ਆ they will dissociate to give OH negative ion। ਜਿੰਨਾ ਸਟਰੋਂਗ ਬੇਸ ਹੋਊਗਾ ਉਨੀ ਜ਼ਿਆਦਾ ਮਤਲਬ ਉਹ ਉਨੀ ਜਲਦੀ OH negative ion ਨੂੰ ਲਿਬਰੇਟ ਕਰੂਗਾ, ਜਿੰਨਾ ਵੀਕ ਹੋਊਗਾ ਉਨੀ ਲੇਟ ਕਰੂਗਾ, ਠੀਕ ਹੈ। ਤੇ ਹੁਣ ਆਪਾਂ ਬੇਟਾ ਇਹਨਾਂ ਦੀਆਂ ਕੁਝ ਪ੍ਰੋਪਰਟੀਜ਼ ਦੀ ਗੱਲ ਕਰਦੇ ਹਾਂ। ਨੰਬਰ 1 ਪ੍ਰੋਪਰਟੀ ਇਜ਼ ਬਿਟਰ ਟੇਸਟ। ਇਹਨਾਂ ਸਾਰਿਆਂ ਦਾ ਟੇਸਟ ਬੇਟਾ ਬਿਟਰ ਹੁੰਦਾ ਗਾ, ਠੀਕ ਹੈ, ਤੇ ਜ਼ਹਿਰੀਲੇ ਵੀ ਹੁੰਦੇ ਨੇ। ਇਹਨਾਂ ਸਾਰਿਆਂ ਦਾ ਟੇਸਟ ਬਿਟਰ ਹੁੰਦਾ ਤੇ ਜ਼ਹਿਰੀਲੇ ਵੀ ਹੁੰਦੇ ਨੇ। ਨੰਬਰ 1 ਇਜ਼ ਬਿਟਰ ਟੇਸਟ। ਨੰਬਰ 2 ਇਜ਼ ਸੋਪੀ ਟੱਚ। ਇਹਨਾਂ ਦਾ ਜਿਹੜਾ ਟੱਚ ਹੁੰਦਾ ਨਾ, ਜਦੋਂ ਆਪਾਂ ਇਹਨਾਂ ਨੂੰ ਹੱਥ ਲਾਉਂਦੇ ਆ ਤਾਂ ਉਹ ਸੋਪ ਵਾਂਗ ਹੁੰਦਾ, ਸਲਿਪਰੀ ਟੱਚ ਹੁੰਦਾ ਗਾ, ਠੀਕ ਹੈ। ਦੇ ਆਰ ਸਲਿਪਰੀ ਬਾਈ ਨੇਚਰ, ਠੀਕ ਹੈ। ਹੁਣ ਜਦੋਂ ਆਪਾਂ ਇਹਨਾਂ ਨੂੰ ਹੱਥ ਤੇ ਲਾ ਲਾਂਗੇ ਨਾ, ਥੋੜੇ ਟਾਈਮ ਬਾਅਦ ਜਿਵੇਂ ਬਰਨਿੰਗ ਸੈਂਸੇਸ਼ਨ ਸ਼ੁਰੂ ਹੋ ਜੂਗੀ, ਠੀਕ ਹੈ। ਆਪਣਾ ਹੱਥ ਜਾਂ ਮੱਚਣ ਜਿਹੀ ਫੀਲ ਆਊਗੀ। ਇਹਦੇ ਵਿੱਚ ਵੀ ਬਰਨਿੰਗ ਸੈਂਸੇਸ਼ਨ ਹੁੰਦੀ ਹੈ, ਠੀਕ ਹੈ। ਇਹਦੇ ਵਿੱਚ ਵੀ ਕੀ ਹੁੰਦੀ ਆ? ਬਰਨਿੰਗ ਸੈਂਸੇਸ਼ਨ। ਨੈਕਸਟ ਇਜ਼ ਇਟ ਟਰਨਸ ਰੈਡ ਲਿਟਮਸ ਟੂ ਬਲੂ, ਠੀਕ ਹੈ। ਇਹ ਪੁੱਠਾ ਕੰਮ ਕਰਦਾ। ਐਸਿਡ ਕੀ ਕਰਦਾ ਸੀ? ਐਸਿਡ ਬਲੂ ਨੂੰ ਰੈਡ ਕਰ ਦਿੰਦਾ ਸੀ, ਇਹ ਰੈਡ ਨੂੰ ਬਲੂ ਕਰ ਦਿੰਦਾ ਹੈ, ਠੀਕ ਹੈ। ਬੇਸ ਆ ਜਿਹੜਾ। ਉਦੋਂ ਬਾਅਦ ਬੇਟਾ ਇਟ ਟਰਨਸ ਫੀਨੋਲਫਿਥਲੀਨ ਟੂ ਪਿੰਕ। ਐਸਿਡ ਫੀਨੋਲਫਿਥਲੀਨ ਚ ਕੀ ਕਰਦਾ ਸੀਗਾ? ਐਸਿਡ ਫੀਨੋਲਫਿਥਲੀਨ ਦੇ ਵਿੱਚ ਕੋਈ ਵੀ ਰਿਐਕਸ਼ਨ ਨਹੀਂ ਦਿੰਦਾ ਸੀਗਾ। ਫੀਨੋਲਫਿਥਲੀਨ ਇੱਕ ਕਲਰਲੈਸ ਕੰਪਾਊਂਡ ਹੁੰਦਾ ਗਾ ਤੇ ਜੇ ਆਪਾਂ ਉਹ ਚ ਐਸਿਡ ਪਾਈਏ ਤਾਂ ਉਹ ਕਲਰਲੈਸ ਹੀ ਰਹਿੰਦਾ ਸੀ, ਬਟ ਜੇ ਆਪਾਂ ਉਹ ਚ ਬੇਸ ਪਾ ਦਈਏ ਤਾਂ ਉਹ ਕੀ ਹੋ ਜੂ? ਪਿੰਕ ਹੋ ਜੂਗਾ। ਇਹ ਬੇਟਾ ਪਹਿਲਾਂ ਬਹੁਤ ਯੂਜ਼ ਕੀਤਾ ਜਾਂਦਾ ਸੀ ਜਦੋਂ ਕੈਮਰਾਜ਼ ਨਹੀਂ ਹੁੰਦੇ ਸੀ ਨਾ, ਉਦੋਂ ਮਤਲਬ ਯੂ ਕੈਨ ਸੇ ਰਿਸ਼ਵਤ ਜਦ ਕੋਈ ਲੈਂਦਾ ਸੀ ਤਾਂ ਉਹ ਕੀ ਕਰਦੇ ਸੀਗੇ, ਉਹ ਨਾ ਜਿਵੇਂ ਮੈਂ ਸ਼ਿਕਾਇਤ ਲਾਤੀ ਜਾ ਕੇ ਉਹਨਾਂ ਨੂੰ, ਯੂ ਕੈਨ ਸੇ ਵਿਜੀਲੈਂਸ ਡਿਪਾਰਟਮੈਂਟ ਨੂੰ, ਕਿ ਜੀ ਫਲਾਣਾ ਬੰਦਾ ਮੇਰੇ ਤੋਂ ਰਿਸ਼ਵਤ ਮੰਗਦਾ, ਕੋਈ ਫਲਾਣਾ ਪਟਵਾਰੀ ਮੇਰੇ ਤੋਂ ਰਿਸ਼ਵਤ ਮੰਗਦਾ, ਠੀਕ ਹੈ। ਤਾਂ ਉਹ ਕੀ ਕਰਦੇ ਸੀ? ਉਹ ਕਹਿੰਦੇ ਸੀ ਵੀ ਐਂ ਕਰ ਤੂੰ ਆ ਸਾਡੇ ਕੋਲ ਜਿਹੜੇ ਪੈਸੇ ਨੇ ਲੈ ਜਾ। ਉਹਨਾਂ ਨੇ ਉਸ ਪੈਸੇ ਉੱਤੇ ਬੇਸ ਲਾਇਆ ਹੁੰਦਾ ਸੀ ਪਾਊਡਰ ਫਾਰਮ ਦੇ ਵਿੱਚ, ਸੋਡੀਅਮ ਹਾਈਡਰੋਕਸਾਈਡ ਲਾਇਆ, ਸੋਡੀਅਮ ਬਾਈਕਾਰਬੋਨੇਟ, ਸੋਡੀਅਮ ਕਾਰਬੋਨੇਟ, ਇਸ ਤਰ੍ਹਾਂ ਦੇ ਬੇਸ ਲਾਏ ਹੁੰਦੇ ਸੀ, ਠੀਕ ਹੈ, ਜਿਹੜੇ ਬੇਸਿਕ ਇਨ ਨੇਚਰ ਹੁੰਦੇ ਸੀ। ਉਹ ਫਿਰ ਜਾ ਕੇ ਉਹ ਪਟਵਾਰੀ ਨੂੰ ਫੜਾ ਦਿੰਦਾ ਸੀਗਾ। ਉਹ ਪਟਵਾਰੀ ਜਦ ਫੜਾਉਂਦਾ ਨਾਲ ਦੀ ਨਾਲ ਵਿਜੀਲੈਂਸ ਵਾਲੇ ਆ ਜਾਂਦੇ ਤੇ ਉਹ ਪਟਵਾਰੀ ਨੂੰ ਕਹਿੰਦੇ ਵੀ ਇਹਦੇ ਵਿੱਚ ਹੱਥ ਪਾ। ਉਹਨਾਂ ਦੇ ਹੱਥ 'ਚ ਫੀਨੋਲਫਿਥਲੀਨ ਹੁੰਦਾ ਸੀਗਾ, ਉਹਦੇ ਵਿੱਚ ਇੱਕ ਕੰਟੇਨਰ ਦੇ ਵਿੱਚ ਫੀਨੋਲਫਿਥਲੀਨ ਹੁੰਦਾ ਸੀ। ਉਹ ਫਿਰ ਕੀ ਕਰਦੇ? ਉਹ ਹੱਥ ਪਾਉਂਦਾ ਜਦੋਂ, ਉਹ ਪਿੰਕ ਹੋ ਜਾਂਦਾ ਸੀਗਾ ਨਾਲ ਦੀ ਨਾਲ। ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਇਹਨੇ ਪੈਸੇ ਫੜੇ ਨੇ, ਠੀਕ ਹੈ। ਫਿਰ ਉਹ ਨਾਲ ਦੀ ਨਾਲ ਇੱਕ ਪਿਕਚਰ ਕਲਿੱਕ ਕਰਦੇ ਸੀ, ਇਹਨੂੰ ਕਹਿੰਦੇ ਸੀ ਰੰਗੇ ਹੱਥੀਂ ਫੜੇ ਜਾਣਾ, ਕੌਟ ਰੈਡ ਹੈਂਡਡ। ਐਕਚੁਅਲ ਦੇ ਵਿੱਚ ਉਹ ਰੈੱਡ ਲੱਗਦਾ, ਜਦੋਂ ਪਿੰਕ ਹੁੰਦਾ ਨਾ ਉਹ ਰੈੱਡ ਲੱਗਦਾ, ਤਾਂ ਉੱਥੋਂ ਮੁਹਾਵਰਾ ਬਣਿਆ ਸੀ ਇਹ ਕੌਟ ਰੈਡ ਹੈਂਡਡ। ਉਹ ਆਹੀ ਚੀਜ਼ ਸੀ ਕਿਉਂਕਿ ਇਹ ਫੀਨੋਲਫਿਥਲੀਨ ਨੂੰ ਪਿੰਕ ਕਰ ਦਿੰਦਾ ਜਿਹੜਾ ਆਪਣਾ ਬੇਸ ਹੁੰਦਾ, ਠੀਕ ਹੈ। ਚਲੋ ਨੈਕਸਟ ਆ ਜਾਓ।
NaOH KOH produces burning sensation। ਜਦੋਂ ਤੁਸੀਂ ਇਹ ਹੱਥ ਤੇ ਲੱਗ ਜਾਣਗੇ ਨਾ, ਕਿਉਂਕਿ ਆਪਣੇ ਹੱਥ ਤੇ ਨਾ ਮੋਇਸਟ ਹੋਊਗਾ, ਮੋਇਸਟ, ਇਹ ਬੜੀ ਛੇਤੀ ਮੋਇਸਟ ਨੂੰ ਐਬਜ਼ੌਰਬ ਕਰਦੇ ਨੇ ਆਪਣੇ ਵਿੱਚ, ਠੀਕ ਹੈ। ਮਤਲਬ ਇਹ ਤੁਸੀਂ ਜੇ ਬਾਹਰ ਰੱਖ ਦੋਗੇ ਨਾ ਤਾਂ ਇਹ ਕੀ ਕਰਨਗੇ, ਮੋਇਸਚਰ ਨੂੰ ਆਪਣੇ ਵਿੱਚ ਐਬਜ਼ੌਰਬ ਕਰ ਲੈਣਗੇ, ਬਹੁਤ ਛੇਤੀ ਐਬਜ਼ੌਰਬ ਕਰ ਲੈਣਗੇ, ਠੀਕ ਹੈ। ਹਾਈਡਰੋ ਮਤਲਬ ਇਹ ਜਿਹੜਾ 에ਅਰ ਦੇ ਵਿੱਚ ਉਹ ਆ, ਠੀਕ ਹੈ, ਯੂ ਕੈਨ ਸੇ 에ਅਰ ਦੇ ਵਿੱਚ ਮੋਇਸਟ ਆ, ਉਹ ਇੰਨਾ ਉੱਤੇ ਆ ਜਾਊਗਾ, ਠੀਕ ਹੈ, ਬਹੁਤ ਛੇਤੀ ਐਬਜ਼ੌਰਬ ਕਰ ਲੈਣਗੇ। ਤੇ ਜਦੋਂ ਤੁਸੀਂ ਉਹਨੂੰ ਟੱਚ ਕਰੋਗੇ ਉਹ ਸਲਿਪਰੀ ਫੀਲ ਕਰੂਗਾ, ਠੀਕ ਆ, ਉਹ ਸਲਿਪਰੀ ਹੋਊਗਾ। ਬਟ ਨਾਲ ਦੀ ਨਾਲ ਕੀ ਹੋਊਗਾ, 2-3 ਮਿੰਟ ਬਾਅਦ ਤੁਹਾਡੀ ਨਾ ਸਕਿਨ ਬਰਨ ਹੋਣੀ ਸ਼ੁਰੂ ਹੋ ਜਾਊਗੀ, ਬਰਨਿੰਗ ਇਫੈਕਟ ਦਊਗਾ, ਠੀਕ ਹੈ ਜੀ। ਤਾਂ ਇਹ ਬਰਨਿੰਗ ਸੈਂਸੇਸ਼ਨ ਦਿੰਦੇ ਨੇ ਸਕਿਨ ਦਾ। ਨੈਕਸਟ ਰਿਐਕਸ਼ਨ ਵਿਦ ਐਸਿਡ, ਓਬਵੀਅਸਲੀ ਐਸਿਡ ਤੇ ਬੇਸ ਰਿਐਕਟ ਕਰਕੇ ਨਿਊਟਰਲਾਈਜੇਸ਼ਨ ਕਰਦੇ ਨੇ। ਆਪਾਂ ਬਹੁਤ ਵਾਰ ਕਰ ਲਈ ਰਿਐਕਸ਼ਨ, ਹੁਣ ਮੈਂ ਬਾਰ-ਬਾਰ ਨਹੀਂ ਲਿਖੂੰਗਾ। ਸਾਲਟ ਪਲਸ ਵਾਟਰ, ਦੇ ਵਿਲ ਗਿਵ ਸਾਲਟ ਪਲਸ ਵਾਟਰ। ਨੈਕਸਟ ਇਜ਼ ਬੇਟਾ ਰਿਐਕਸ਼ਨ ਵਿਦ ਮੈਟਲਸ। ਦੇਖੋ ਐਸਿਡਸ ਤਾਂ ਕਾਫੀ ਸਾਰੇ ਐਸਿਡ ਹੀ ਮੈਟਲਸ ਨਾਲ ਰਿਐਕਟ ਕਰਦੇ ਸੀਗੇ, ਸਾਰੇ ਐਸਿਡਸ ਮੈਟਲ ਨਾਲ ਰਿਐਕਟ ਕਰਦੇ ਸੀ, ਬਟ ਜਿਹੜੇ ਬੇਸਿਸ ਨੇ ਉਹਨਾਂ ਚੋਂ ਉਹ ਕੁਝ ਹੀ ਮੈਟਲਸ ਨਾਲ ਰਿਐਕਟ ਕਰਨਗੇ। ਇੱਕ ਤਾਂ ਉਹ ਕਰਨਗੇ ਜ਼ਿੰਕ ਨਾਲ ਰਿਐਕਟ, ਦੂਸਰਾ ਉਹ ਕਰਨਗੇ ਬੇਟਾ ਐਲੂਮੀਨੀਅਮ ਨਾਲ ਰਿਐਕਟ। ਇਹ ਬਹੁਤ ਇੰਪੋਰਟੈਂਟ ਰਿਐਕਸ਼ਨ ਆ, ਇਹ ਪੇਪਰ 'ਚ ਹਰੇਕ ਵਾਰ ਆਉਂਦੀ ਆ। ਸੋਡੀਅਮ ਹਾਈਡਰੋਕਸਾਈਡ ਪਲਸ ਜ਼ਿੰਕ, ਇਟ ਵਿਲ ਗਿਵ ਸੋਡੀਅਮ ਜ਼ਿੰਕੇਟ, ਇਹ ਲਿਖ ਲਓ, ਇਹ ਰਿਐਕਸ਼ਨ ਹੀ ਉਤਾਰ ਲਓ, ਸੋਡੀਅਮ ਜ਼ਿੰਕੇਟ ਪਲਸ ਵਾਟਰ, ਠੀਕ ਹੈ। ਰਿਐਕਸ਼ਨ ਉਤਾਰ ਲਓ, ਮੈਂ ਬੈਲੈਂਸ ਪਹਿਲਾਂ ਹੀ ਕਰਤੀ, ਇਹ ਰਿਐਕਸ਼ਨ ਉਤਾਰ ਲਓ ਬੇਟਾ ਆਪਣੀ ਕਾਪੀ ਤੇ। ਰਿਐਕਸ਼ਨ ਵਿਦ ਮੈਟਲ, ਦੋ ਹੀ ਮੈਟਲ ਰਿਐਕਟ ਕਰਨਗੇ ਤੇ ਇਹ ਪਹਿਲੀ ਬਣੂਗੀ ਸੋਡੀਅਮ ਹਾਈਡਰੋਕਸਾਈਡ ਪਲਸ ਜ਼ਿੰਕ, ਨੋਨ ਐਜ਼ ਸੋਡੀਅਮ ਜ਼ਿੰਕੇਟ ਬਣ ਜੂ। ਜੇ ਇੱਥੇ ਮੈਂ ਪੋਟਾਸ਼ੀਅਮ ਲਾ ਦਾਂ ਤਾਂ ਕੀ ਬਣੂਗਾ, ਤਾਂ ਪੋਟਾਸ਼ੀਅਮ ਜ਼ਿੰਕੇਟ ਬਣ ਜੂ, ZnO2 ਪਲਸ H2। ਗੈਸ ਇਹਨਾਂ ਚੋਂ ਵੀ ਹਾਈਡਰੋਜਨ ਹੀ ਨਿਕਲਦੀ ਹੈ, ਠੀਕ ਹੈ। ਤਾਂ ਸੋਡੀਅਮ ਨੂੰ ਹਾਈਡਰੋਕਸਾਈਡ ਨੂੰ ਜਦੋਂ ਆਪਾਂ ਐਲੂਮੀਨੀਅਮ ਨਾਲ ਰਿਐਕਟ ਕਰਵਾਉਂਦੇ ਹਾਂ ਤੇ ਵਾਟਰ ਦੀ ਪ੍ਰੈਜ਼ੈਂਸ ਦੇ ਵਿੱਚ, ਤਾਂ ਬਣੂ ਸੋਡੀਅਮ ਐਲੂਮੀਨੇਟ। ਫਿਰ ਕੀ ਬਣੂਗਾ ਬੇਟਾ ਜੀ, ਸੋਡੀਅਮ ਐਲੂਮੀਨੇਟ ਬਣੂਗਾ, ਠੀਕ ਹੈ। ਤਾਂ ਇਹਨੂੰ ਬੈਲੈਂਸ ਕਰ ਲਓ, ਇਹਦੇ ਮੂਹਰੇ 2 ਲੱਗ, ਠੀਕ ਹੈ, ਸੋਡੀਅਮ ਐਲੂਮੀਨੇਟ ਬਣ ਜੂਗਾ ਬੇਟਾ ਜੀ, ਠੀਕ ਹੈ। ਇਹ ਵੀ ਯਾਦ ਰੱਖੋ। ਤੇ ਹਾਈਡਰੋਜਨ ਗੈਸ ਨਿਕਲੂਗੀ, ਅਗੇਨ ਹਾਈਡਰੋਜਨ ਗੈਸ, ਸੋਡੀਅਮ ਐਲੂਮੀਨੇਟ ਪਲਸ ਹਾਈਡਰੋਜਨ ਗੈਸ, ਠੀਕ ਹੈ ਬੇਟਾ। ਇਹ ਦੋ ਰਿਐਕਸ਼ਨਾਂ ਨੇ, ਪੱਕੀਆਂ ਆਉਣਗੀਆਂ ਕਿਉਂਕਿ ਦੋ ਹੀ ਰਿਐਕਸ਼ਨਸ ਨੇ ਬੇਸ ਦੇ ਵਿੱਚ, ਠੀਕ ਹੈ। ਤਾਂ ਇਹ ਪ੍ਰੋਪਰ ਤਰੀਕੇ ਨਾਲ ਯਾਦ ਰੱਖੋ। ਦੈਨ ਰਿਐਕਸ਼ਨ ਵਿਦ ਨਾਨ ਮੈਟਲ ਆਕਸਾਈਡਸ। ਦੇਖੋ ਬੇਟਾ, ਮੈਟਲ ਆਕਸਾਈਡ ਆਰ ਬੇਸਿਕ ਇਨ ਨੇਚਰ, ਨਾਨ ਮੈਟੈਲਿਕ ਆਕਸਾਈਡ ਆਰ ਐਸਿਡਿਕ ਇਨ ਨੇਚਰ। ਐਸਿਡ ਰੇਨ ਕੀ ਹੁੰਦੀ ਆ, ਐਸਿਡ ਰੇਨ ਹੁੰਦੀ ਆ, ਕਹਿੰਦਾ ਜਦੋਂ ਮੀਂਹ ਪੈਂਦਾ ਉਦੋਂ ਜਿਹੜਾ ਐਟਮੋਸਫੀਅਰ ਦੇ ਵਿੱਚ ਕਾਰਬਨ ਡਾਈਆਕਸਾਈਡ ਆ, ਐਟਮੋਸਫੀਅਰ ਦੇ ਵਿੱਚ ਸਲਫਰ ਡਾਈਆਕਸਾਈਡ ਆ, ਸਲਫਰ ਟ੍ਰਾਈਆਕਸਾਈਡ ਆ, ਠੀਕ ਹੈ, ਤਾਂ ਉਹ ਜਿਹੜੀਆਂ ਗੈਸਿਸ ਨੇ ਉਹ ਪਾਣੀ ਦੇ ਵਿੱਚ ਮਿਲ ਜਾਂਦੀਆਂ ਨੇ ਤੇ ਐਸਿਡਿਕ ਬਣਾ ਦਿੰਦੀਆਂ ਨੇ ਪਾਣੀ ਨੂੰ, ਦੈਟ ਇਜ਼ ਕਾਲਡ ਐਸਿਡ ਰੇਨ। ਇਹਦਾ ਮਤਲਬ ਜਿਹੜੇ ਨਾਨ ਮੈਟੈਲਿਕ ਆਕਸਾਈਡਸ ਨੇ ਦੋਜ਼ ਆਰ ਐਸਿਡਿਕ ਬਾਈ ਨੇਚਰ। ਤੇ ਜਦੋਂ ਆਪਾਂ ਐਸਿਡ ਨੂੰ ਬੇਸ ਨਾਲ ਰਿਐਕਟ ਕਰਵਾਵਾਂਗੇ ਤਾਂ ਕੀ ਬਣੂ, ਇੱਕ ਸਾਲਟ ਬਣੂਗਾ, ਇੱਕ ਵਾਟਰ ਨਿਕਲੂਗਾ। ਸੇਮ ਥਿੰਗ ਹੁੰਦੀ ਆ, ਕਿਹਦੇ ਵਿੱਚ ਹੁੰਦੀ ਆ, ਜਦੋਂ ਆਪਾਂ ਕੈਲਸ਼ੀਅਮ ਹਾਈਡਰੋਕਸਾਈਡ ਨੂੰ ਕੈਲਸ਼ੀਅਮ ਕਾਰਬਨ ਡਾਈਆਕਸਾਈਡ ਨਾਲ ਰਿਐਕਟ ਕਰਵਾਉਂਦੇ ਆ। ਇਹ ਆਪਾਂ ਪਹਿਲਾਂ ਵੀ ਕੀਤਾ ਸੀਗਾ, ਇਹ ਮਿਲਕੀ ਹੋ ਜਾਂਦਾ, ਦਿਸ ਇਜ਼ ਮਿਲਕੀ ਅਪੀਅਰਡ ਕੰਪਾਊਂਡ ਨੋਨ ਐਜ਼ ਕੈਲਸ਼ੀਅਮ ਕਾਰਬੋਨੇਟ। ਇਹ ਵੀ ਤੁਸੀਂ ਉਤਾਰੋ। ਰਿਐਕਸ਼ਨ ਵਿਦ ਨਾਨ ਮੈਟਲਿਕ ਆਕਸਾਈਡ, ਸਾਲਟ ਐਂਡ ਵਾਟਰ ਬਣ ਜੂ, ਮਤਲਬ ਆਬਵੀਅਸਲੀ ਇੱਕ ਨਿਊਟਰਲਾਈਜੇਸ਼ਨ ਰਿਐਕਸ਼ਨ ਹੋ ਜੂਗੀ ਇੱਥੇ, ਠੀਕ ਹੈ ਜੀ। ਇਹ ਚੀਜ਼ ਵੀ ਤੁਸੀਂ ਉਤਾਰੋ। ਹਾਂਜੀ, ਤਾਂ ਇਹ ਸੀ ਬੇਸਿਸ ਬਾਰੇ। ਹੁਣ ਤੁਸੀਂ ਕਹੋਗੇ ਸਰ ਜਿਹੜੀ ਇੱਥੇ ਗੈਸ ਹੈ ਉਹ ਕਿਵੇਂ ਪਤਾ ਕਰਾਂਗੇ ਵੀ ਹਾਈਡਰੋਜਨ ਗੈਸ ਆ। ਬੇਟਾ ਸੇਮ ਪ੍ਰੋਸੀਜਰ ਜਿਹੜਾ ਆਪਾਂ ਐਸਿਡ 'ਚ ਯੂਜ਼ ਕੀਤਾ ਸੀ, ਟੈਸਟ ਟਿਊਬ ਲੈ ਲਈ, ਉਹ ਜਿਹੜਾ ਪੌਪ ਸਾਊਂਡ ਪ੍ਰੋਡਿਊਸ ਹੋਊ, ਠੀਕ ਹੈ, ਉਹ ਪ੍ਰੋਸੀਜਰ ਸੇਮ ਹੀ ਰਹਿਣਾ ਹਾਈਡਰੋਜਨ ਗੈਸ ਨੂੰ ਉਹ ਕਰਨ ਵਾਸਤੇ, ਆਇਡੈਂਟੀਫਾਈ ਕਰਨ ਵਾਸਤੇ। ਨਾਓ ਇਹ ਰਿਐਕਸ਼ਨ ਉਤਾਰ ਲਈ ਬੇਟਾ, ਇਹ ਚੀਜ਼ ਆਪਣੀ ਹੋ ਗਈ। ਹੁਣ ਨਾ ਇੱਕ ਦੋ ਸ਼ਬਦ ਹੁੰਦੇ ਨੇ ਬੇਟਾ, ਇੱਕ ਹੁੰਦਾ ਐਲਕਲੀ, ਇੱਕ ਹੁੰਦਾ ਬੇਸ, ਠੀਕ ਹੈ। ਇੱਕ ਹੁੰਦਾ ਐਲਕਲੀ, ਇੱਕ ਹੁੰਦਾ ਬੇਸ। ਹੁੰਦੇ ਦੋਨੇ ਸੇਮ ਨੇ ਬਟ ਥੋੜਾ ਜਿਹਾ ਫਰਕ ਹੁੰਦਾ। all alkalis are bases but not all bases are alkali, ठीक है। ਤਾਂ ਇਹ ਚੀਜ਼ ਇੱਕ ਲਾਈਨ ਹੈਗਾ, ਇਹ ਕੁਐਸਚਨ ਆਉਂਦਾ ਹੁੰਦਾ ਵੀ ਇਹ ਕਿਉਂ ਕਿਹਾ ਜਾਂਦਾ ਹੈ, ਠੀਕ ਹੈ ਬੇਟਾ। ਇੱਕ ਹੋ ਗਏ ਐਲਕਲੀ, ਇੱਕ ਹੋ ਗਏ ਬੇਸ। all alkali are base but not all base are alkali, ठीक है। कहना सारे alkali base ने पर सारे base alkali नहीं।
ਐਲਕਲੀ ਕੀ ਹੁੰਦੇ ਨੇ ਬੇਟਾ? ਬੇਟਾ ਐਲਕਲੀ ਉਹ ਕੰਪਾਊਂਡਸ ਹੁੰਦੇ ਨੇ ਜਿਹੜੇ ਸਿਰਫ ਵਾਟਰ ਦੇ ਵਿੱਚ, ਦੋਸ ਕੰਪਾਊਂਡ which liberate OH negative in water, सिर्फ पानी ਦੇ ਵਿੱਚ ਲਿਬਰੇਟ ਕਰਦੇ ਨੇ, ਜਿਵੇਂ ਕੈਲਸ਼ੀਅਮ ਆਕਸਾਈਡ, ਇਹ ਐਲਕਲੀ ਹੈ ਬੇਟਾ। ਮੈਗਨੀਸ਼ੀਅਮ ਆਕਸਾਈਡ, ਸੋਡੀਅਮ ਆਕਸਾਈਡ, ਇਹ ਸਾਰੇ ਐਲਕਲੀ ਨੇ, ਮਤਲਬ ਮੈਟੈਲਿਕ ਆਕਸਾਈਡ ਨੇ ਜਿਹੜੇ, ਕਿਉਂਕਿ ਜਦੋਂ ਇਹ ਪਾਣੀ ਦੇ ਵਿੱਚ ਪਾਵਾਂਗੇ ਤਾਂ ਇਹ ਬੇਸ ਬਣਨਗੇ। ਜਦੋਂ ਆਪਾਂ ਇਹਨਾਂ ਨੂੰ ਪਾਣੀ ਦੇ ਵਿੱਚ ਪਾਵਾਂਗੇ ਤਾਂ ਇਹ ਕੀ ਬਣ ਜਾਣਗੇ? ਬੇਸ ਬਣ ਜਾਣਗੇ। ਠੀਕ ਹੈ, ਤਾਂ OH ਨੈਗੇਟਿਵ ਇੱਥੇ ਲਿਬਰੇਟ ਕਰਨਗੇ, ਤਾਂ ਐਲਕਲੀ ਤੇ ਬੇਸ 'ਚ ਕੋਈ ਜ਼ਿਆਦਾ ਫਰਕ ਨਹੀਂ ਹੈਗਾ। ਠੀਕ ਹੈ ਬੇਟਾ। ਨੈਕਸਟ ਇਜ਼ ਆਪਾਂ ਹੋਰ ਇੱਕ ਦੀ ਗੱਲ ਕੀਤੀ ਸੀ olfactory ਇੰਡੀਕੇਟਰਸ ਦੀ। olfactory ਇੰਡੀਕੇਟਰਸ ਦੇ ਵਿੱਚ ਕੀ ਕੁਝ ਸੀਗੇ ਬੇਟਾ? olfactory ਇੰਡੀਕੇਟਰ ਦੇ ਵਿੱਚ ਆਪਣੇ ਕੋਲ ਸੀਗਾ ਕਲੋਵ ਆਇਲ, ਓਨੀਅਨ ਐਸੈਂਸ ਤੇ ਵਨੀਲਾ ਐਸੈਂਸ। ਐਸਿਡ ਦੇ ਜਦੋਂ ਆਪਾਂ ਇਹਨਾਂ ਨਾਲ ਰਿਐਕਟ ਕਰਵਾਉਂਦੇ ਸੀ ਹਨਾ olfactory ਇੰਡੀਕੇਟਰ ਨਾਲ, ਤਾਂ ਕੋਈ ਆਪਣੇ ਕੋਲ ਜਿਹੜੀ ਸਮੈਲ ਸੀ ਉਹ ਖਤਮ ਨਹੀਂ ਹੁੰਦੀ ਸੀ, ਪਰ ਜਦੋਂ ਆਪਾਂ ਬੇਸਿਸ ਦੀ ਉੱਤੇ ਪਾ ਦਾਂਗੇ ਮਤਲਬ olfactory ਇੰਡੀਕੇਟਰ ਦੇ ਉੱਤੇ, ਤਾਂ ਉਹਨਾਂ ਦੀ ਸਮੈਲ ਬਿਲਕੁਲ ਖਤਮ ਹੋ ਜਾਊਗੀ। ਠੀਕ ਹੈ, ਤਾਂ ਇੱਕ ਇਹ ਵੀ ਆਪਣੇ ਕੋਲ ਕੀ ਹੋ ਗਿਆ, ਇੱਕ ਬੇਸ ਦਾ ਯੂ ਕੈਨ ਸੇ ਟੈਸਟ ਹੋ ਗਿਆ। ਇੱਕ ਹੋਰ ਟੈਸਟ ਜਿਹੜਾ ਆਪਾਂ ਮਿਥਾਈਲ ਔਰੇਂਜ ਨਾਲ ਕੀਤਾ ਸੀਗਾ, ਮਿਥਾਈਲ ਔਰੇਂਜ ਦੇ ਵਿੱਚ ਐਸਿਡ ਪਾਵਾਂਗੇ ਤਾਂ ਉਹ ਰੈੱਡ ਹੋ ਜਾਊਗਾ। ਠੀਕ ਹੈ, ਮਿਥਾਈਲ ਔਰੇਂਜ ਦੇ ਵਿੱਚ ਬੇਸ ਰੱਖਾਂਗੇ ਤਾਂ ਉਹ ਕੀ ਰਹੂ? ਔਰੇਂਜ ਹੀ ਰਹੂਗਾ, ਉਹਦਾ ਕੋਈ ਕਲਰ ਚੇਂਜ ਨਹੀਂ ਹੋਣਾ। ਠੀਕ ਹੈ ਬੇਟਾ, ਇਹ ਆਪਣੇ ਸਾਰੇ ਕੀ ਹੋ ਗਏ ਇੰਡੀਕੇਟਰ ਵੀ ਆਪਾਂ ਪੂਰੇ ਦੇ ਪੂਰੇ ਇਹਦੇ ਵਿੱਚ ਡਿਸਕਸ ਕਰ ਚੁੱਕੇ ਹਾਂ। ਤਾਂ ਬੇਸ ਦੀਆਂ ਜਿਹੜੀਆਂ ਰਿਐਕਸ਼ਨਸ ਨੇ ਉਹ ਕੋਈ ਜ਼ਿਆਦਾ ਨਹੀਂ ਹੈਗੀਆਂ, ਐਸਿਡ ਵਾਲੀਆਂ ਹੀ। ਐਸਿਡ ਨਾਲ ਬੇਸ ਦੀ ਰਿਐਕਸ਼ਨ ਆ ਉਹ ਤੁਹਾਨੂੰ ਪਤਾ ਹੀ ਆ ਬੇਟਾ। ਉਦੋਂ ਬਾਅਦ ਜਿਹੜੀਆਂ ਤਿੰਨ ਰਿਐਕਸ਼ਨਸ ਬੇਸਿਕ ਸੀਗੀਆਂ, ਜਿਹੜੀਆਂ ਦੋ ਮੈਟਲਸ ਨਾਲ ਸੀ, ਇੱਕ ਐਲੂਮੀਨੀਅਮ ਨਾਲ ਇੱਕ ਜ਼ਿੰਕ ਨਾਲ, ਉਹ ਯਾਦ ਰੱਖਣੀਆਂ ਤੁਸੀਂ ਪ੍ਰੋਪਰ। ਠੀਕ ਹੈ, ਬੇਸ ਦਾ ਹੁਣ ਬੇਟਾ ਆਪਣਾ ਜਿਹੜਾ ਨੈਚੁਰਲ ਆਲੇ ਦੁਆਲੇ ਬੇਸ ਹੁੰਦਾ ਕਿਤੇ ਵੀ ਆ, ਪਪੀਤੇ 'ਚ ਇਕੱਲਾ ਬੇਸ ਪਾਇਆ ਜਾਂਦਾ। ਠੀਕ ਹੈ, ਪਪੀਤਾ ਇੱਕ ਬੇਸਿਕ ਸ਼ਬਦ ਉਹ ਫਰੂਟ ਉਹ ਹੈਗਾ, ਯੂ ਕੈਨ ਸੇ ਬੇਸਿਕ ਫਲ ਹੈ। ਠੀਕ ਹੈ, ਬਾਕੀ ਸਾਰੇ ਫਲ ਐਸਿਡਿਕ ਹੁੰਦੇ ਨੇ। ਬੇਸ ਆ ਜਿਹੜਾ ਉਹ ਥੋੜੇ ਜ਼ਹਿਰੀਲੇ ਜ਼ਿਆਦਾ ਹੁੰਦੇ ਨੇ। ਠੀਕ ਹੈ, ਬੇਸ ਬੇਸਿਕਲੀ ਕੀ ਹੁੰਦੇ ਨੇ? ਜ਼ਹਿਰੀਲੇ ਹੁੰਦੇ ਨੇ। ਠੀਕ ਹੈ, ਹੁਣ ਜਦੋਂ ਫੋਰ ਐਗਜ਼ਾਮਪਲ ਆਪਣੀ ਜਿਹੜੀ ਜ਼ਮੀਨ ਆ ਉਹ ਐਸਿਡਿਕ ਆ, ਸਾਲਟੀ ਭੂਮੀ ਆ, ਐਸਿਡਿਕ ਭੂਮੀ ਆ, ਉਹਦੇ ਵਿੱਚ ਕੀ ਪਾਉਣਾ ਚਾਹੀਦਾ? ਕਹਿੰਦਾ ਉਹ 'ਚ ਕੈਲਸ਼ੀਅਮ ਆਕਸਾਈਡ ਜਾਂ ਕੈਲਸ਼ੀਅਮ ਹਾਈਡਰੋਕਸਾਈਡ ਪਾ ਦਿਓ, ਤਾਂ ਉਹ ਕੀ ਹੋ ਜੂਗੀ? ਨਿਊਟਰਲ ਹੋ ਜੂ। ਇਹ ਬੇਸ ਦਾ ਯੂਜ਼ ਹੋ। ਚੂਨਾ ਪੱਥਰ ਚੂਨਾ ਪਾ ਦਿੰਦੇ ਨੇ ਪਿੰਡਾਂ 'ਚ, ਤੁਸੀਂ ਦੇਖਿਆ ਹੋਊਗਾ, ਜਿਹੜੇ ਪਿੰਡਾਂ ਨੂੰ ਬਿਲੋਂਗ ਕਰਦੇ ਨੇ ਜਾਂ ਜਿਹੜੇ ਸ਼ਹਿਰਾਂ ਨੂੰ ਵੀ ਕਰਦੇ ਨੇ। ਕਈ ਵਾਰ ਕੀ ਹੁੰਦਾ, ਤੁਹਾਡੇ ਗਾਰਡਨ ਦੇ ਵਿੱਚ ਕੀ ਹੁੰਦਾ ਗਾ, ਤੁਹਾਡੇ ਗਾਰਡਨ ਦੇ ਵਿੱਚ ਚੰਗੀ ਤਰ੍ਹਾਂ ਨਾਲ ਕੋਈ ਪੌਦਾ ਗਰੋ ਨਹੀਂ ਕਰ ਰਿਹਾ, ਤਾਂ ਜਿਹੜਾ ਮਾਲੀ ਆਉਂਦਾ, ਮਾਲੀ ਤੁਹਾਨੂੰ ਆ ਕੇ ਕਹਿੰਦਾ ਵੀ ਜੀ ਤੁਹਾਡੀ ਮਿੱਟੀ ਆ ਜਿਹੜੀ ਉਹ ਤੇਜ਼ਾਬੀ ਆ। ਹੁਣ ਤੇਜ਼ਾਬੀ ਨੂੰ ਨਿਊਟਰਲ ਕਰਨ ਲਈ ਆਪਾਂ ਕੀ ਪਾਵਾਂਗੇ? ਉਹ 'ਚ ਕੋਈ ਬੇਸ ਪਾਵਾਂਗੇ। ਹੁਣ ਬੇਸ ਆਪਾਂ ਸੋਡੀਅਮ ਹਾਈਡਰੋਕਸਾਈਡ ਤਾਂ ਪਾ ਨਹੀਂ ਸਕਦੇ, ਵਿਚ ਇਜ਼ ਵੈਰੀ ਪੋਇਜ਼ਨਸ, ਤਾਂ ਆਪਾਂ ਕੀ ਕਰਦੇ ਹਾਂ? ਇੱਕ ਵੀਕ ਜਿਹਾ ਬੇਸ ਪਾ ਦਿੰਦੇ ਹਾਂ। ਕਿਹੜਾ ਪਾ ਦਿੰਦੇ ਹਾਂ? ਕੈਲਸ਼ੀਅਮ ਹਾਈਡਰੋਕਸਾਈਡ, ਸਲੇਗਰ ਲਾਈਨ ਪਾ ਦਿੰਦੇ ਹਾਂ। ਕੈਲਸ਼ੀਅਮ ਆਕਸਾਈਡ ਦੇ ਵਿੱਚ ਘੋਲ ਕੇ ਪਾਣੀ ਨੂੰ ਉਹਦੇ ਵਿੱਚ ਪਾ ਦਿੰਦੇ ਹਾਂ ਆਪਾਂ, ਮਿੱਟੀ ਦੇ ਵਿੱਚ ਉਹਨੂੰ ਪਾ ਦਿੰਦੇ ਹਾਂ। ਤੁਸੀਂ ਦੇਖਿਓ, ਘਰੇ ਪੁੱਛ ਕੇ ਦੇਖਿਓ ਆਪਦੇ ਘਰਦਿਆਂ ਤੋਂ, ਇਹਨਾਂ ਦੇ ਘਰੇ ਕੋਈ ਗਾਰਡਨ ਲਾਉਣ ਵਗੈਰਾ ਹੈਗਾ, ਵੀ ਇੱਥੇ ਚੂਨਾ ਪਾਇਆ ਸੀ ਆਪਾਂ। ਠੀਕ ਹੈ, ਤੁਹਾਨੂੰ ਪਤਾ ਲੱਗ ਜੂਗਾ। ਦੈਨ ਇੱਕ ਆਪਣਾ ਹੁੰਦਾ ਪੇਟ ਬੇਟਾ, ਜਦੋਂ ਖਰਾਬ ਹੋ ਜਾਂਦਾ ਗਾ ਹਨਾ, ਤਾਂ ਪੇਟ ਜਦੋਂ ਵੀ ਖਰਾਬ ਹੁੰਦਾ ਤਾਂ ਆਪਾਂ ਕਹਿੰਦੇ ਐਸਿਡਿਟੀ ਹੋ ਗਈ, ਐਸਿਡਿਟੀ ਹੋ ਗਈ ਹਨਾ। ਐਸਿਡਿਟੀ ਹੋ ਗਈ ਤਾਂ ਆਪਾਂ ਕੀ ਲੈਂਦੇ ਆ? ਤਾਂ ਆਪਾਂ ਐਂਟੀ ਐਸਿਡ ਲੈਂਦੇ ਆ, ਐਂਟੀ ਐਸਿਡ। ਉਹ ਕੀ ਹੁੰਦਾ? ਉਹ ਮੈਗਨੀਸ਼ੀਅਮ ਹਾਈਡਰੋਕਸਾਈਡ ਹੁੰਦਾ, MgOH2 ਹੁੰਦਾ ਬੇਟਾ। ਠੀਕ ਹੈ, ਐਂਟੈਸਿਡ, ਐਂਟੀ ਐਸਿਡ। ਇਹ ਕੀ ਕਰਦਾ? ਇਹ ਆਪਣੇ ਪੇਟ ਦੇ ਵਿੱਚ, ਕਿਉਂਕਿ ਆਪਣੇ ਪੇਟ ਦੇ ਵਿੱਚ HCl ਹੁੰਦਾ, ਤਾਂ ਇਹ ਆਪਾਂ ਪੀ ਲੈਂਦੇ ਆ। ਠੀਕ ਹੈ, MgOH2 ਨੂੰ ਪੀ ਲੈਂਦੇ ਆ। ਇਨੋ ਨਹੀਂ ਹੈਗਾ ਬੇਟਾ ਇਹ ਨਾ ਉਹ ਹੈਗਾ ਜਿਹੜਾ ਇੱਕ ਪਿੰਕ ਜਿਹੇ ਕਲਰ ਦੀ ਦਵਾਈ ਹੁੰਦੀ ਆ, ਬੁੜੇ ਜ਼ਿਆਦਾ ਪੀਂਦੇ ਨੇ ਉਹ। ਠੀਕ ਹੈ, ਪਿੰਕ ਜਿਹੇ ਕਲਰ ਦੀ ਦਵਾਈ ਹੁੰਦੀ ਹੈ, ਐਂਟੈਸਿਡ ਹੁੰਦਾ। ਤਾਂ ਜਿਹੜਾ ਬਣੂਗਾ MgCl2 ਬਣੂਗਾ, ਵਿਚ ਇਜ਼ ਅ ਨਾਨ ਪੋਇਜ਼ਨਸ ਸਾਲਟ ਪਲੱਸ ਵਾਟਰ, ਪਲੱਸ ਕੀ ਬਣ ਜੂਗਾ? ਵਾਟਰ ਬਣ ਜੂਗਾ। ਇਹ ਆਪਾਂ ਨੂੰ ਪਤਾ, ਬੇਸ ਪਲੱਸ ਐਸਿਡ ਗਿਵ ਰਾਈਜ਼ ਟੂ ਸਾਲਟ ਐਂਡ ਵਾਟਰ। ਠੀਕ ਹੈ, ਮਤਲਬ ਆਪਾਂ ਇਹ ਸਾਲਟ ਇਹੋ ਜਿਹਾ ਰੱਖਣਾ ਜਿਹੜਾ ਕੀ ਨਾ ਹੋਵੇ ਆਪਣੇ ਕੋਲ, ਯੂ ਕੈਨ ਸੇ ਪੋਇਜ਼ਨਸ ਨਾ ਹੋਵੇ। ਠੀਕ ਹੈ ਬੇਟਾ, ਤਾਂ ਇਹ ਚੀਜ਼ਾਂ ਦਾ ਵੀ ਖਾਸ ਖਿਆਲ ਰੱਖਣਾ ਤੁਸੀਂ।
ਬੇਸ ਦੀਆਂ ਰਿਐਕਸ਼ਨਸ ਦੇ ਵਿੱਚ ਬੇਸ ਦੇ ਯੂਜ਼ਸ ਇੱਕ ਤਰ੍ਹਾਂ ਨਾਲ ਆਪਾਂ, ਠੀਕ ਹੈ। ਦੈਨ ਆਪਾਂ ਬੇਟਾ ਮੂਵ ਕਰਾਂਗੇ, ਹੁਣ ਆਪਾਂ ਮੂਵ ਕਰਾਂਗੇ ਐਸਿਡਸ ਇਨ ਡੇਲੀ ਲਾਈਫ ਤੇ ਪੀਐਚ ਤੇ, ਠੀਕ ਹੈ। ਪੀਐਚ ਸਕੇਲ ਆਪਾਂ ਪਹਿਲਾਂ ਕਰਾਂਗੇ, ਫਿਰ ਆਪਾਂ ਐਸਿਡ ਐਂਡ ਬੇਸਿਸ ਇਨ ਡੇਲੀ ਲਾਈਫ ਤੇ ਗੱਲ ਕਰਾਂਗੇ, ਜਿਹੜੀ ਕਿ ਇੰਨਾ ਕੁਝ ਕੁ ਗੱਲਾਂ ਤਾਂ ਮੈਂ ਤੁਹਾਨੂੰ ਦੱਸ ਹੀ ਦਿੱਤੀਆਂ, ਕੁਝ ਹੋਰ ਗੱਲਾਂ ਨੇਗੀਆਂ ਜਿਹੜੀਆਂ ਆਪਾਂ ਪੀਐਚ ਤੋਂ ਬਾਅਦ ਡਿਸਕਸ ਕਰ ਸਕਦੇ ਹਾਂ, ਠੀਕ ਹੈ। ਉਦੋਂ ਪਹਿਲਾਂ ਆਪਾਂ ਨੂੰ ਬੇਟਾ ਪੀਐਚ ਦਾ ਪਤਾ ਹੋਣਾ ਚਾਹੀਦਾ ਵੀ ਪੀਐਚ ਕੀ ਹੁੰਦਾ, ਪੀਐਚ ਸਕੇਲ ਕੀ ਹੁੰਦਾ, ਠੀਕ ਹੈ। ਤਾਂ ਪੀਐਚ ਤੇ ਪੀਐਚ ਸਕੇਲ ਅਤੇ ਐਸਿਡ ਐਂਡ ਬੇਸਿਸ ਇਨ ਡੇਲੀ ਲਾਈਫ ਦੀ ਗੱਲ ਆਪਾਂ ਕੱਲ ਵਾਲੇ ਨੈਕਸਟ ਲੈਕਚਰ ਦੇ ਵਿੱਚ ਕਰਦੇ ਹਾਂ। ਅੱਜ ਦੇ ਲਈ ਬੇਟਾ ਇੰਨਾ ਹੀ, ਥੈਂਕ ਯੂ।